ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਿੱਖ ਦੇ ਦਿਲ ਵਿੱਚ ਇਹੀ ਤਮੰਨਾ ਹੈ ਕਿ ਸਾਡਾ ਸਿੱਖ ਪੰਥ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੇ। ਔਰ ਸਾਧ ਸੰਗਤ, ਸਿੱਖ ਪੰਥ ਤਾਂ ਹੀ ਚੜ੍ਹਦੀਆਂ ਕਲਾ ਵਿੱਚ ਰਹਿ ਸਕਦਾ ਹੈ ਜੇ ਸਿੱਖ ਪੰਥ ਦੇ ਪ੍ਰਚਾਰਕਾਂ ਦਾ ਧਿਆਨ ਰੱਖਿਆ ਜਾਵੇ। ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਗ੍ਰੰਥੀ ਸਿੰਘ, ਗੁਰੂ ਘਰ ਦੇ ਕੀਰਤਨੀਏ, ਜਿਨ੍ਹਾਂ ਦੇ ਹੱਕ ਵਿੱਚ ਅੱਜ ਤੱਕ ਕੋਈ ਲੜਿਆ ਨਹੀਂ, ਕੋਈ ਬੋਲਿਆ ਨਹੀਂ, ਜਿਨ੍ਹਾਂ ਵਾਸਤੇ ਹਮੇਸ਼ਾ ਤੋਂ ਧੱਕਾ ਹੁੰਦਾ ਆਇਆ ਹੈ ਔਰ ਸੋਚ ਹਮੇਸ਼ਾ ਰਾਗੀ ਸਿੰਘਾਂ ਵਾਸਤੇ, ਗ੍ਰੰਥੀ ਸਿੰਘਾਂ ਵਾਸਤੇ ਹਮੇਸ਼ਾ ਇਹਨਾਂ ਪ੍ਰਬੰਧਕ ਕਮੇਟੀਆਂ ਦੀ ਗਲਤ ਹੀ ਰਹੀ ਹੈ। ਇਹਨਾਂ ਨੇ ਕਦੇ ਸਤਿਕਾਰ ਨਹੀਂ ਦਿੱਤਾ। ਅਰਦਾਸ ਤੇ ਕਰਾਉਂਦੇ ਹਨ ਔਰ ਵੱਡੇ ਵੱਡੇ ਦਾਨ ਵੀ ਜਾ ਕੇ ਕਰਦੇ ਹਨ, ਗੁਰੂ ਘਰਾਂ ਵਿੱਚ, ਮੰਦਿਰਾਂ ਵਿੱਚ, ਹਰ ਥਾਂ ਤੇ ਜਾ ਕੇ ਲੰਗਰ ਲਾਉਂਦੇ ਹਨ। ਪਰ ਕਦੇ ਇਹਨਾਂ ਨੇ ਸੋਚਿਆ ਜਿਹੜੇ ਗੁਰੂ ਘਰ ਦੇ ਸੇਵਾਦਾਰ ਹਨ ਉਹਨਾਂ ਦੇ ਵਾਸਤੇ ਕਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜਾਣਨ ਦੀ ਕਿ ਉਹਨਾਂ ਦਾ ਘਰ ਚੰਗੀ ਤਰ੍ਹਾਂ ਚੱਲਦਾ ਹੈ? ਉਹਨਾਂ ਕੋਲ ਇੰਨੀ ਮਾਇਆ ਹੈ ਕਿ ਜੇ ਉਹ ਆਪਣੇ ਬੱਚੇ ਪੜ੍ਹਾਉਣ, ਉਹਨਾਂ ਕੋਲ ਇੰਨੀ ਤਾਕਤ ਹੈ ਕਿ ਆਪਣਾ ਧਿਆਨ ਰੱਖ ਸਕਣ? ਇਹ ਕਦੇ ਨਹੀਂ ਸੋਚਿਆ। ਬਸ ਭਾਈ ਸਾਹਿਬ, ਸਾਡੇ ਗੁਰੂ ਘਰ ਵਿੱਚ ਅਦ ਲੈਂਦੇ ਹਾਂ ਅਸੀਂ, ਤੁਸੀਂ ਕੀਰਤਨ ਕਰਕੇ ਆਉਣਾ ਹੈ, ਇਮਾਨਦਾਰੀ ਨਾਲ ਤੁਸੀਂ ਇੱਥੇ ਅੱਧਾ ਪੈਸਾ ਦੇਣਾ ਹੈ, ਉਹ ਗਿਣ ਕੇ ਦੇਣਾ ਹੈ, ਬੇਈਮਾਨੀ ਨਹੀਂ ਕਰਨੀ। ਉਹਦੇ ਵਿੱਚ ਵੀ ਭਾਵੇਂ ਕੋਈ ਕਿੰਨੀ ਇਮਾਨਦਾਰੀ ਨਾਲ ਅੱਧ ਦਿੰਦਾ ਹੈ, ਅੱਧੇ ਪੈਸੇ ਦਿੰਦਾ ਹੈ ਕਮਾ ਕੇ, ਫਿਰ ਵੀ ਉਹਨੂੰ ਬੇਈਮਾਨ ਕਿਹਾ ਜਾਂਦਾ ਹੈ, ਉਹਨੂੰ ਚੋਰ ਕਿਹਾ ਜਾਂਦਾ ਹੈ। ਇਹ ਹਾਲ ਸਾਡੇ ਪ੍ਰਬੰਧਕ ਕਮੇਟੀਆਂ ਦਾ ਹੈ। ਔਰ ਸਾਧ ਸੰਗਤ ਜੀ, ਇਹ ਨਾ ਸਮਝੋ ਕਿ ਖਾਲੀ ਇਹ ਇੰਡੀਆ ਵਿੱਚ ਹਾਲ ਹੈ। ਆਲ ਵਰਲਡ ਵਿੱਚ ਜਿੱਥੇ ਗੁਰਦੁਆਰੇ ਬਣੇ ਹਨ, ਇਹ ਪ੍ਰਬੰਧਕ ਕਮੇਟੀ ਰਾਗੀ ਸਿੰਘਾਂ ਨੂੰ ਤੇ ਕਹਿੰਦੀ ਹੈ ਕਿ ਤੁਸੀਂ ਬਿਜ਼ਨਸ ਬਣਾ ਲਿਆ ਹੈ, ਪਰ ਬਿਜ਼ਨਸ ਰਾਗੀ ਸਿੰਘਾਂ ਨੇ ਨਹੀਂ, ਬਿਜ਼ਨਸ ਬਣਾਇਆ ਹੈ ਪ੍ਰਬੰਧਕ ਕਮੇਟੀਆਂ ਨੇ। ਇਹਨਾਂ ਦੇ ਮਨ ਦੇ ਅੰਦਰ ਕੋਈ ਸਤਿਕਾਰ ਨਹੀਂ ਹੁੰਦਾ, ਕਿਉਂਕਿ ਤੁਸੀਂ ਜਿੱਥੇ ਜਾਓ, ਇੰਗਲੈਂਡ ਜਾਓ, ਕੈਨੇਡਾ ਜਾਓ, ਆਸਟ੍ਰੇਲੀਆ ਜਾਓ, ਅਮਰੀਕਾ ਜਾਓ, ਕਿੱਥੇ ਵੀ ਜਾਓ, ਤੁਹਾਡੇ ਕੋਲ ਇੰਨੀ ਸੇਵਾ ਲੈਂਦੇ ਨੇ 12-12 ਘੰਟੇ ਲਗਾਤਾਰ। ਭਾਈ ਸਾਹਿਬ, ਖਾਲੀ ਨਹੀਂ ਬੈਠਣਾ, ਸੋਣਾ ਨਹੀਂ, ਦਿਨੇ ਜਾ ਕੇ ਰਹਿਣਾ ਹੈ, ਧਿਆਨ ਰੱਖਣਾ ਹੈ। ਕਿਉਂਕਿ ਇਹ ਰਾਗੀ ਸਿੰਘ ਨਹੀਂ ਬੁਲਾਉਂਦੇ, ਇਹ ਪਹਿਰੇਦਾਰ ਬੁਲਾਉਂਦੇ ਹਨ, ਇਹ ਚੌਕੀਦਾਰ ਬੁਲਾਉਂਦੇ ਹਨ। ਤੇ ਕਦੇ ਵੀ ਕੋਈ ਹੱਕ ਵਿੱਚ ਨਹੀਂ ਬੋਲਿਆ। ਔਰ ਰਾਗੀ ਸਿੰਘ ਜਿਹੜੇ ਇਸ ਪਾਸੇ ਲੱਗੇ ਹਨ, ਉਹ ਕੀ ਕਰਨ? ਉਹ ਆਪਣੇ ਬੱਚਿਆਂ ਨੂੰ ਅੱਜ ਰਾਗੀ ਸਿੰਘ ਕਿਉਂ ਨਹੀਂ ਬਣਾਉਂਦੇ, ਗ੍ਰੰਥੀ ਸਿੰਘ ਕਿਉਂ ਨਹੀਂ ਬਣਾਉਂਦੇ, ਕਥਾਵਾਚਕ ਕਿਉਂ ਨਹੀਂ ਬਣਾਉਂਦੇ? ਇਹੀ ਮਸਲਾ ਹੈ, ਕਿਉਂਕਿ ਉਹਨਾਂ ਦੇ ਨਾਲ ਹਮੇਸ਼ਾ ਤੋਂ ਧੱਕਾ ਹੁੰਦਾ ਆਇਆ ਹੈ। ਕਿਸਾਨਾਂ ਦੇ ਹੱਕ ਵਿੱਚ ਲੋਕੀ 1 ਸਾਲ, ਸਵਾ ਸਾਲ ਲਗਾਤਾਰ ਖੜੇ ਹੋਏ। ਉਹ ਕਹਿੰਦੇ ਜਦੋਂ ਤੱਕ ਬੱਚਾ ਰੋਵੇ ਨਾ ਤੇ ਮਾਂ ਦੁੱਧ ਨਹੀਂ ਪਿਲਾਉਂਦੀ। ਹਕੀਕਤ ਹੈ, ਸੱਚ ਹੈ। ਔਰ ਅੱਜ ਇਹੀ, ਜਿਸ ਤਰ੍ਹਾਂ ਕਿਸਾਨਾਂ ਵਾਸਤੇ ਲੋਕੀ ਸਾਰਾ ਹਿੰਦੁਸਤਾਨ ਹੱਕ ਵਿੱਚ ਖੜਿਆ ਹੋਇਆ, ਤੇ ਅੱਜ ਦਰਬਾਰ ਸਾਹਿਬ ਦੇ ਜਥਿਆਂ ਨੇ, ਆਲ ਜਥਿਆਂ ਨੇ, ਭਾਈ ਸਾਹਿਬ ਗੁਰਦੇਵ ਸਿੰਘ ਜੀ ਨੇ, ਜੋ ਵੀ ਹਨ, ਸਾਰਿਆਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਹੈ ਕਿ ਗ੍ਰੰਥੀ ਸਿੰਘਾਂ ਦੇ ਹੱਕ ਲਈ ਲੜਿਆ ਜਾਵੇ। ਉਹ ਲੜਨਾ ਪੈਣਾ ਹੈ। ਜਦੋਂ ਤੱਕ ਲੜੋਗੇ ਨਹੀਂ, ਇਹਨਾਂ ਨੇ ਮੰਨਣਾ ਨਹੀਂ ਹੈ। ਗੁਰੂ ਘਰਾਂ ਵਿੱਚ, ਵਿਦੇਸ਼ ਵਿੱਚ ਵੀ ਤੁਸੀਂ ਕੀ ਸਮਝਦੇ ਹੋ ਭਾਈ? ਉੱਥੇ ਬੜਾ ਪੈਸਾ ਕਮਾਉਂਦਾ ਇਨਸਾਨ, ਸਾਰਾ ਦਿਨ ਡਿਊਟੀਆਂ ਲੈ ਕੇ ਇੱਕ ਬੰਦੇ ਕੋਲੋਂ ਹੀ ਗ੍ਰੰਥੀ ਸਿੰਘ ਦਾ ਕੰਮ, ਰਾਗੀ ਸਿੰਘ ਦਾ ਕੰਮ, ਸੇਵਾਦਾਰ ਦਾ ਕੰਮ, ਪਹਿਰੇਦਾਰੀ ਦਾ ਕੰਮ, ਫਿਰ ਮਹੀਨੇ ਦੇ $500 ਕੀ ਬਣਦਾ ਹੈ? ਔਰ ਇਹ ਨਹੀਂ ਸੋਚਦੇ। ਔਰ ਇਹਨਾਂ ਲੋਕਾਂ ਪ੍ਰਬੰਧਕਾਂ ਦੀ ਸੋਚ ਇੱਥੇ ਵੀ ਇਹ ਹੈ, ਇਹ ਜਿਹੜੀ ਇੱਥੇ ਭੇਟਾ ਦਿੰਦੇ ਹਨ $100, $150, ਉਹੀ ਇੰਡੀਆ ਦੀ ਸੋਚ ਕੇ ਦਿੰਦੇ ਹਨ। ਇਹ ਨਹੀਂ ਸੋਚਦੇ ਭਈ ਅਸੀਂ ਕਿੱਥੇ ਬੈਠੇ ਹਾਂ। ਸੋਚ ਉੱਥੇ ਦੀ ਉੱਥੇ ਹੀ ਹੈ। ਭਾਵੇਂ ਇਨਸਾਨ ਧਰਤੀ ਤੋਂ ਅਸਮਾਨ ਤੱਕ ਪਹੁੰਚ ਗਿਆ ਹੈ, ਚੰਦ ਤੱਕ ਪਹੁੰਚ ਗਿਆ ਹੈ, ਪਰ ਸੋਚ ਇਹਨਾਂ ਲੋਕਾਂ ਦੀ ਬਦਲੀ ਨਹੀਂ। ਸਿੱਖ ਪੰਥ ਨੂੰ ਹੁਣ ਸੋਚਣਾ ਪਵੇਗਾ। ਔਰ 4 ਤਰੀਕ ਜਿਹੜਾ ਕਾਰਜ ਆਰੰਭਿਆ ਹੈ,
ਰਾਗੀ ਸਿੰਘਾਂ ਨੇ ਮਿਲ ਕੇ ਹੱਕ ਵਾਸਤੇ, ਸਾਡਾ ਹੱਕ। ਤੇ ਪਿਆਰਿਓ, ਉੱਥੇ ਸਾਰੇ ਰਾਗੀ ਸਿੰਘਾਂ ਨੇ ਪਹੁੰਚਣਾ ਹੈ ਔਰ ਸਾਰੇ ਰਾਗੀ ਸਿੰਘਾਂ ਨੇ ਪਹੁੰਚ ਕੇ ਉੱਥੇ ਆਪਣੀ ਪ੍ਰੋਬਲਮ ਵੀ ਦੱਸਣੀਆਂ ਹਨ ਤੇ ਸਭ ਨੂੰ ਦੱਸਣਾ ਹੈ ਕਿ ਸਾਡੀ ਕੀ ਪ੍ਰੋਬਲਮ ਹਨ। ਤੇ ਪਿਆਰਿਓ, ਆਪਾਂ ਗੁਰੂ ਘਰ ਦੇ ਖਿਲਾਫ ਨਹੀਂ ਹਾਂ, ਸਿਸਟਮ ਦੇ ਖਿਲਾਫ ਹਾਂ। ਆਪਾਂ ਵੱਡੀ ਸਰਕਾਰਾਂ ਨੂੰ ਤੇ ਨਿੰਦੇ ਹਾਂ ਕਿ ਹੱਕ ਮਾਰਦੀ ਹੈ, ਪਬਲਿਕ ਦਾ ਹੱਕ ਮਾਰਦੀ ਹੈ, ਪਰ ਅੱਜ ਅਸੀਂ ਇਹ ਸੋਚਣਾ ਹੈ ਕਿ ਗੁਰੂ ਘਰਾਂ ਵਿੱਚ ਕਿਆ ਸਾਡਾ ਹੱਕ ਨਹੀਂ ਮਾਰਿਆ ਜਾਂਦਾ? ਕਿਆ ਸਾਡਾ ਹੱਕ ਦਿੱਤਾ ਜਾਂਦਾ ਹੈ? ਜਿਹੜੇ ਇੱਥੇ ਪਰਮਾਨੈਂਟ ਹਨ ਉਹਨਾਂ ਨੂੰ ਉਹਨਾਂ ਦਾ ਹੱਕ ਦਿੰਦੇ ਹਨ। ਅੱਜ ਵੱਡੇ ਵੱਡੇ ਰਾਗੀ ਸਿੰਘ ਸਾਹਿਬਾਨ ਜਿਹੜੇ ਦਰਬਾਰ ਸਾਹਿਬ ਤੋਂ, ਉਹ ਵੀ ਟਰਕਾਂ ਤੇ ਚੜ ਗਏ ਹਨ। ਕਿਉਂ ਚੜੇ ਹਨ? ਉਹਨਾਂ ਨੇ ਇਹ ਕੰਮ ਕਿਉਂ ਛੱਡਿਆ ਹੈ? ਇਸੀ ਕਰਕੇ ਛੱਡਿਆ ਕਿਉਂਕਿ ਗੁਜ਼ਾਰੇ ਨਹੀਂ ਚੱਲਦੇ। $500 ਵਿੱਚ $1000 ਕੀ ਹੈ? ਇੱਥੇ ਦੇ ਗੁਜ਼ਾਰੇ ਨਹੀਂ ਚੱਲਦੇ। ਇੱਥੇ ਇੱਕ ਛੋਟਾ ਪਰਿਵਾਰ ਹੋਵੇ ਤੇ ਉਹਨੂੰ $5000 ਦੀ ਲੋੜ ਹੈ ਮਹੀਨੇ ਦੇ ਖਰਚੇ ਦੀ, ਤਾਂ ਬੰਦਾ ਕਿਰਾਏ ਤੇ ਜਾਂ ਘਰ ਵਿੱਚ ਰਹਿ ਸਕਦਾ ਹੈ। ਤੇ ਪਿਆਰਿਓ, ਕਿਵੇਂ ਜੇ ਪ੍ਰਬੰਧਕ ਕਮੇਟੀ ਰਾਗੀ ਸਿੰਘਾਂ ਵਾਸਤੇ, ਗ੍ਰੰਥੀ ਸਿੰਘਾਂ ਵਾਸਤੇ ਨਹੀਂ ਸੋਚ ਸਕਦੀ, ਫਿਰ ਇਸ ਕੰਮ ਵਿੱਚ ਕੀ ਫਾਇਦਾ ਹੈ? ਇਹ ਕਿਉਂ ਨਹੀਂ ਬਣਾਉਂਦੇ ਆਪਣੇ ਬੱਚਿਆਂ ਨੂੰ? ਇਹ ਕਹਿੰਦੇ ਨੇ ਅਸੀਂ ਤਾਂ ਬੜਾ ਸਤਿਕਾਰ ਕਰਦੇ ਹਾਂ। ਇਹ ਆਪਣੇ ਬੱਚਿਆਂ ਨੂੰ ਰਾਗੀ ਸਿੰਘ ਦੀ ਡਿਊਟੀ ਗੁਰੂ ਘਰ ਵਿੱਚ ਕਿਉਂ ਨਹੀਂ ਬਿਠਾਉਂਦੇ? ਕਿਉਂਕਿ ਇਹ ਰਾਗੀ ਸਿੰਘਾਂ ਨੂੰ ਬੜੇ ਛੋਟੇ ਸਮਝਦੇ ਹਨ, ਬੜੇ ਤੁੱਛ ਸਮਝਦੇ ਹਨ। ਇੱਕ ਪੰਜਾਬ ਦੇ ਮੈਨੂੰ ਮਿਲੇ ਤੇ ਮੈਨੂੰ ਪਤਾ ਕੀ ਕਹਿੰਦੇ? ਕਹਿੰਦੇ ਭਾਈ ਸਾਹਿਬ ਜੀ, ਅਸੀਂ ਰਾਗੀ ਸਿੰਘ, ਪਾਠੀ ਸਿੰਘ, ਕਥਾਵਾਚਕ ਉਹਨੂੰ ਬਣਾਉਂਦੇ ਹਾਂ ਜਿਹੜਾ ਘਰ ਵਿੱਚ ਨਾਲਾਇਕ ਹੋਵੇ, ਜਿਹਨੂੰ ਅਕਲ ਨਾ ਹੋਵੇ। ਤੇ ਇਹ ਤੇ ਇਹਨਾਂ ਦੀ ਸੋਚ ਹੈ। ਤੇ ਇਹਨਾਂ ਦੀ ਸੋਚ ਤੇ ਦੱਸੋ, ਸਿੱਖ ਪੰਥ ਚੜ੍ਹਦੀਆਂ ਕਲਾ ਵਿੱਚ ਕਿਵੇਂ ਜਾ ਸਕਦਾ ਹੈ? ਜੇ ਤੁਹਾਡੇ ਗੁਰੂ ਘਰ ਵਿੱਚ ਤੁਹਾਡੇ ਰਾਗੀ ਸਿੰਘ, ਗ੍ਰੰਥੀ ਸਿੰਘ, ਸੇਵਾਦਾਰ, ਸਾਧ ਸੰਗਤ ਜੀ, ਮੈਂ 2018 ਵਿੱਚ ਇੱਕ ਵੀਡੀਓ ਕੱਢੀ ਸੀ ਇਸੀ ਵਾਸਤੇ, ਰਾਗੀ ਸਿੰਘਾਂ ਵਾਸਤੇ ਹੀ, ਗੁਰੂ ਘਰ ਦੇ ਸੇਵਾਦਾਰਾਂ ਵਾਸਤੇ ਹੀ। ਮੈਨੂੰ ਆਪਣੇ ਲੋਕਾਂ ਨੇ ਕਹਿ ਦਿੱਤਾ ਸੀ, ਭਾਈ ਸਾਹਿਬ ਤੁਸੀਂ ਇਹ ਕੀ ਆਖ ਦਿੱਤਾ, ਤੁਹਾਨੂੰ ਬੁਕਿੰਗ ਨਹੀਂ ਮਿਲੇਗੀ। ਤੇ ਮੈਂ ਆਖਿਆ ਸੀ, ਭਾਈ ਬੁਕਿੰਗ ਦੇਣ ਵਾਲਾ ਉਹ ਮੇਰਾ ਪਰਮਾਤਮਾ ਹੈ, ਰੋਜੀ ਰੋਟੀ ਦੇਣ ਵਾਲਾ ਉਹ ਮੇਰਾ ਪਰਮਾਤਮਾ ਹੈ। ਇਹਨਾਂ ਨੂੰ ਲੋੜ ਹੈ, ਜੇ ਬੁਕਿੰਗ ਨਹੀਂ ਦੇਣਗੇ ਤੇ ਆਪੇ ਕੀਰਤਨ ਥੋੜੇ ਕਰ ਲੈਣਗੇ। ਇਹ ਗੁਰੂ ਘਰ ਵਿੱਚ ਕੋਈ ਨਾ ਕੋਈ ਤੇ ਚੌਕੀਦਾਰ ਇਹਨਾਂ ਨੂੰ ਰੱਖਣਾ ਪੈਣਾ ਹੈ। ਤੇ ਪਿਆਰਿਓ, ਅੱਜ ਹੱਕ ਲਈ ਸਾਡੇ ਰਾਗੀ ਸਿੰਘਾਂ ਨੇ ਜਿਹੜਾ ਬੇੜਾ ਚੁੱਕਿਆ ਹੈ, ਉਸ ਦੇ ਨਾਲ ਸਹਿਯੋਗ ਕਰਕੇ ਸਾਰੇ ਉਹਨਾਂ ਦੇ ਨਾਲ ਖੜੇ ਹੋ ਜਾਓ। ਮੋਢੇ ਦੇ ਨਾਲ ਮੋਢਾ ਮਿਲਾ ਕੇ ਤਾਂ ਹੀ ਆਪਾਂ ਦੇ ਲਈ ਕੁਝ ਚੰਗਾ ਹੋ ਸਕਦਾ ਹੈ। ਜਿਸ ਤਰ੍ਹਾਂ ਕਿਸਾਨਾਂ ਨਾਲ ਖੜੇ ਹੋਏ ਸਨ, ਇਸ ਤਰ੍ਹਾਂ ਰਾਗੀ ਸਿੰਘਾਂ ਨਾਲ ਵੀ ਖੜੇ ਹੋ। ਸਾਧ ਸੰਗਤ ਜੀ, ਸਾਰੇ ਖੜੇ ਹੋ। ਔਰ ਜਿਹੜੇ ਪ੍ਰਬੰਧਕ ਕਮੇਟੀ ਸਹੀ ਹੈ ਨਾ, ਉਹ ਨਾਲ ਖੜੇ ਹੋ ਜਾਓ। ਉਹ ਵੀ ਦੱਸੋ ਕਿ ਵਾਕਈ ਹਕੀਕਤ ਵਿੱਚ ਕਿ ਰਾਗੀ ਸਿੰਘਾਂ ਨਾਲ ਧੋਖਾ ਹੁੰਦਾ ਹੈ, ਹਮੇਸ਼ਾ ਤੋਂ ਧੋਖਾ ਹੁੰਦਾ ਆਇਆ ਹੈ। ਤੇ ਪਿਆਰਿਓ, ਆਪਾਂ ਇੱਕ ਹੋਵਾਂਗੇ ਤਾਂ ਹੀ ਗੱਲ ਬਣੇਗੀ। ਕਿਉਂਕਿ ਇੱਕ ਰਾਗੀ ਸਿੰਘ ਜਵਾਬ ਦਿੰਦਾ ਹੈ ਮਜਬੂਰੀ ਕਾਰਨ, ਤੇ ਦੂਜਾ ਰਾਗੀ ਸਿੰਘ ਨਾਲ ਦੇ ਨਾਲ ਫੋਨ ਕਰ ਦਿੰਦਾ ਹੈ, ਕੋਈ ਗੱਲ ਨਹੀਂ, ਜੇ ਇਹਨੂੰ ਤੁਸੀਂ ਇੰਨੇ ਪੈਸੇ ਦੇ ਮੈਨੂੰ ਅੱਧੇ ਦੇ ਦੇਣਾ, ਪਰ ਮੇਰੇ ਪੇਪਰ ਅਪਲਾਈ ਕਰ ਦੇਣਾ। ਤੇ ਸਾਡੀ ਵੀ ਗਲਤੀਆਂ ਹਨ, ਸਾਡੀ ਖੁਦ ਦੀਆਂ ਗਲਤੀਆਂ ਹਨ। ਅਸੀਂ ਇਹਨਾਂ ਨੂੰ ਸਿਰ ਤੇ ਚਾੜਿਆ ਹੋਇਆ ਹੈ। ਸਾਡੀ ਕੋਈ ਅਣਖ ਨਹੀਂ ਹੈ। ਔਰ ਅਣਖ ਵੀ ਕੀ ਕਰੇ? ਜਿਹੜਾ ਕੰਮ ਬੰਦੇ ਨੇ ਸਿੱਖਿਆ ਹੁੰਦਾ ਹੈ, ਪੂਰੀ ਜ਼ਿੰਦਗੀ ਲਾਈ ਹੁੰਦੀ ਹੈ, ਉਸ ਨੂੰ ਇਤਨੀ ਜਲਦੀ ਛੱਡ ਵੀ ਨਹੀਂ ਸਕਦਾ ਇਨਸਾਨ। ਤੇ ਪਿਆਰਿਓ, ਬੇਨਤੀ ਹੈ ਕਿ ਸਾਰੇ 4 ਤਰੀਕ ਨੂੰ ਲੁਧਿਆਣਾ ਵਿਖੇ, ਜਬੱਦੀ ਕਲਾਂ ਵਿਖੇ ਪਹੁੰਚੋ ਤੇ ਉੱਥੇ ਰਾਗੀ ਸਿੰਘਾਂ ਦਾ ਸਾਰੇ ਹੀ ਸਾਥ ਦਿਓ। ਸਾਰੇ ਹੀ ਇਕੱਤਰ ਹੋ ਕੇ ਸਾਰੇ ਸਿੱਖ ਪੰਥ ਵਾਸਤੇ ਬੇਨਤੀ ਕਰੋ ਕਿ ਸਾਡਾ ਸਿੱਖ ਪੰਥ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੇ, ਏਕਤਾ ਅਤੇ ਪਿਆਰ ਦੀ ਬਖਸ਼ਿਸ਼ ਹੋਏ ਤੇ ਰਾਗੀ ਸਿੰਘਾਂ ਦੇ ਜਿਹੜੇ ਹੱਕ ਹਨ ਉਹ ਉਹਨਾਂ ਨੂੰ ਮਿਲਣ। ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।